17 ਤੋੜੀ असां अपना एक घर का फार्म तैयार कर लिया। अच्छा माशाल्लाह। घर की ब्रीड शुरू हो गई सी। सही। ये सानू तकरीबन 10-12 साल हो चले काम करते। ये सर 12 गाई तो स्टार्ट किया सी। अच्छा माशाल्लाह। हुण माशाल्लाह इस टाइम 60-70 जानवर साडे कोल एक घर का तैयार होया। ये सारे सानू तकरीबन इस टाइम 22 तो 23 लीटर दुध देंदी आ। एक गां तकरीबन एक दिन च एक मन सैली खा जाती है। ठीक हो गया। अस्सलाम वालेकुम सर जी। वालेकुम सलाम। क्या हाल चाल है सर जी? ठीक ठाक सर करम। अच्छा सर, सबसे पहले अपना नाम और अपने फार्म की लोकेशन बता दें। मेरा नाम मोहम्मद इकराम है जी जी। ये इलाका मुल्तान के नाल है बस्ती मान। माशाल्लाह। हाँ जी अच्छा सर जी, यह दसो है काम करते हुए कितना अरसा हो गया? सर सन असां 2012 च बनाया माशाल्लाह। ते 2017 तोड़ी असां अपना एक घर का फार्म तैयार कर लिया। अच्छा एक माशाल्लाह। घर की ब्रीड शुरू हो गई सी। सही। ये सानू तकरीबन 10-12 साल हो चले काम करते। माशाल्लाह जबरदस्त। सर जी हुण ਇਹ ਦੱਸੋ कि ਜਿਹੜੀਆਂ ਗਾਏਂ ਅਸੀਂ ਦੇਖ ਰਹੇ ਹਾਂ ਵੀਡੀਓ 'ਚ, जी जी ਇਹ ਕਿਹੜੀ ਨਸਲ ਦੀ ਗਾय ਹੈ? ये सर ये जी सारियां साहीवाल तो क्रास ने। ठीक है। साहीवाल चोलिस्तानी तो क्रास ने। ये फ्रीजन क्रास है। ਮਾਸ਼ਾਅੱਲਾ सारियां साडे घर की ब्रीड तैयार हुई है। ਜ਼ਬਰਦਸਤ। ਤੇ ਸਰ ਜੀ ਸਟਾਰਟ ਕਿੰਨੀਆਂ ਗਾਏਂ ਤੋਂ ਕੀਤਾ ਸੀ? ये सर 12 गाई तो स्टार्ट किया सी। ਅੱਛਾ ਮਾਸ਼ਾਅੱਲਾ। हुण माशाल्लाह इस टाइम 60-70 जानवर साडे कोल एक घर का माशाल्लाह। तैयार होया। ਜ਼ਬਰਦਸਤ। ਤੇ ਸਰ ਜੀ ਇਹ 12 ਸਾਲ ਦੇ ਵਿੱਚ ਤੁਸੀਂ ਇਸ ਕੰਮ ਨੂੰ कैसा समझਿਆ, कैसा ਕੰਮ ये है? सर बहुत अच्छा काम है। ਜ਼ਬਰਦਸਤ। बहुत अच्छा एक घर का ये बंदा बिजी रहिंदा है। ਸਹੀ। ये चंगी आमदन इहदी। माशा फिर ये मज़ा उदों आउंदा है जदों 5 साल 6 साल क्रॉस करन तो बाद। ਜ਼ਬਰਦਸਤ। ਅੱਛਾ ਸਰ ਜੀ ਹੁਣ ਇਹ ਦੱਸੋ ਕਿ ਇੱਕ ਗਾਂ ਤੁਹਾਨੂੰ ਮੈਕਸਿਮਮ ਇੱਕ ਦਿਨ ਦਾ ਦੁੱਧ ਕਿੰਨਾ ਦੇ ਰਹੀ ਹੈ? ये सारे सानू तकरीबन इस टाइम 22 तो 23 लीटर दुध देंदी आ। ਮਾਸ਼ਾਅੱਲਾ। हाँ जी ਦੋਵੇਂ ਟਾਈਮਾਂ ਦਾ। दोवें टाइमां दा। ਜ਼ਬਰਦਸਤ। ਅੱਛਾ ਸਰ ਜੀ ਡੇਅਰੀ ਫਾਰਮ ਦੇ ਵਿੱਚ ਇਨਕਮ ਦਾ ਜਿਹੜਾ ਮੇਨ ਸੋਰਸ ਹੈ ਉਹ ਕਿਹਨੂੰ ਸਮਝਦੇ ਹੋ? ਮਿਲਕ ਤੋਂ ਇਨਕਮ ਕਰ ਰਹੇ ਹੋ ਜਾਂ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਕੋਈ ਇਨਕਮ ਦਾ ਕੋਈ ਹੋਰ ਸੋਰਸ? ਉਹ ਸਾਰੇ ਇਹਨਾਂ ਦਾ ਜਿਹੜਾ ਦੁੱਧ ਹੁੰਦਾ ਹੈ ਨਾ, ਜੀ ਜੀ। ਦੁੱਧ ਇਹਨਾਂ ਦਾ ਖਰਚਾ, ਮੁਲਾਜ਼ਮਾਂ ਦਾ ਖਰਚਾ ਠੀਕ ਹੋ ਗਿਆ। ਉਹ ਨਿਕਲ ਜਾਂਦਾ। ਸਾਡੀ ਅਸਲ ਬਚਤ ਇਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਜੀ ਜੀ। ਉਹ ਸਾਡੀ ਅਸਲ ਪ੍ਰੋਫਿਟ ਆ। ਅੱਛਾ ਉਹ ਮਾਸ਼ਾਅੱਲਾ। ਸਾਡਾ ਪ੍ਰੋਫਿਟ ਹਰ ਸਾਲ ਨਾ ਰਲਦੇ ਰਹਿੰਦੇ ਨੇ। ਉਹ ਸਾਡਾ ਪ੍ਰੋਫਿਟ। ਅੱਛਾ ਸਰ ਜੀ ਹੁਣ ਇਹ ਦੱਸੋ ਕਿ ਇੱਕ ਗਾਂ ਜਿਹੜੀ ਹੈ ਉਹ ਮੈਕਸਿਮਮ ਤੁਹਾਡਾ ਇੱਕ ਦਿਨ 'ਚ ਖਰਚਾ ਕਿੰਨਾ ਕਰਵਾਉਂਦੀ ਹੈ? ਸਰ ਇੱਕ ਗਾਂ ਤਕਰੀਬਨ ਇੱਕ ਦਿਨ 'ਚ ਇੱਕ ਮਣ ਸੈਲਜ ਖਾ ਜਾਂਦੀ ਹੈ। ਠੀਕ ਹੋ ਗਿਆ। ਹਾਂਜੀ। ਤੇ ਸਰ ਜੀ ਸੈਲਜ ਦੀ ਕਾਸਟ ਕੀ ਹੈ? ਮਨ ਸੈਲਜ ਕਿੰਨਾ ਕੁ ਹੈ? ਇਹ ਸਰ ਸੈਲਜ ਦਾ ਤਕਰੀਬਨ ਸਾਨੂੰ ਪੈ ਜਾਂਦਾ 6-650 ਨੂੰ ਮਣ। ਇਸ ਤੋਂ ਇਲਾਵਾ ਕੀ ਪਾਉਂਦੇ ਹੋ ਇਹਨਾਂ ਨੂੰ? ਇਹਨੂੰ ਸਰ ਮਿਲਣ ਪਾਈਦਾ ਹੈ, ਠੀਕ ਹੋ ਗਿਆ। ਵੱਡਾ ਪਾਈਦਾ ਹੈ ਠੀਕ ਹੋ ਗਿਆ। ਤੇ ਇਹਦੇ ਨਾਲ ਹੋਰ ਵੀ ਕੋਈ ਮਸਾਲੇ ਜਿਹੜੇ ਵੀ ਇਹਨਾਂ ਨੂੰ 8 ਤੋਂ 900 ਰੁਪਏ ਤਕਰੀਬਨ ਮਣ ਇੱਕ ਜਾਨਵਰ ਤੇ ਖਰਚਾ ਆ ਜਾਂਦਾ। ਠੀਕ ਹੋ ਗਿਆ। ਯਾਨੀ ਕਿ ਪਰ ਡੇ ਤੁਸੀਂ ਇੱਕ ਜਾਨਵਰ ਤੇ ਤਕਰੀਬਨ 900 ਤੋਂ 1000 ਦੇ ਦਰਮਿਆਨ ਜੀ ਜੀ ਜੀ। ਖਰਚਾ ਕਰ ਰਹੇ ਹੋ ਹਾਂਜੀ ਤੇ ਬਦਲੇ 'ਚ ਤੁਸੀਂ ਦੋ ਦੋਨਾਂ ਕੋਲੋਂ ਲੈ ਰਹੇ ਹੋ ਤਕਰੀਬਨ ਮੈਕਸਿਮਮ 20 ਲੀਟਰ। 20 ਲੀਟਰ। ਠੀਕ ਹੋ ਗਿਆ। ਤੇ ਸਰ ਇਸ ਟਾਈਮ ਮੌਜੂਦਾ ਜਿਹੜਾ ਹੈ ਮਿਲਕ ਦਾ ਰੇਟ ਕੀ ਹੈ? ਅਸਾਂ ਸਰ 150 ਰੁਪਏ ਲੀਟਰ ਦੇ ਰਹੇ ਹਾਂ ਦੁੱਧ ਚ। 150 ਰੁਪਏ ਲੀਟਰ ਦੁੱਧ ਦੇ ਰਹੇ ਹੋ? ਹਾਂਜੀ। ਠੀਕ ਹੋ ਗਿਆ। ਸਰ ਇਹਦੇ ਸਿਰਫ ਗਾਂ ਦਾ ਦੁੱਧ ਆ ਜਾਂ ਤੁਹਾਡੀਆਂ ਜਿਹੜੀਆਂ ਮੱਝਾਂ ਉਹਨਾਂ? ਇਹਦੇ ਵਿੱਚ ਮਾਝਾ ਵੀ ਆ। ਅੱਛਾ ਤਕਰੀਬਨ ਅੱਧਾ ਮਾਝਾ ਹੁੰਦਾ ਹੈ, ਅੱਧਾ ਗਾਂ ਦਾ ਹੁੰਦਾ ਹੈ। ਅੱਛਾ ਮਿਕਸ ਦੁੱਧ ਯਾਨੀ ਕਿ। ਮਿਕਸ ਦੁੱਧ। ਠੀਕ ਹੋ ਗਿਆ। ਜੀ ਅੱਛਾ ਸਰ ਹੁਣ ਇਹ ਦੱਸੋ ਸਾਡੇ ਕੋਈ ਨਿਊ ਵੀਵਰਸ ਜਿਹੜੇ ਆ ਵੀਡੀਓ ਦੇਖਣਗੇ ਜੀ ਜੀ। ਉਹਨਾਂ ਨੂੰ ਕੀ ਮਸ਼ਵਰਾ ਦਿੰਦੇ ਹੋ ਅਗਰ ਉਹ ਇਹ ਕੰਮ ਸਟਾਰਟ ਕਰਨ ਤੇ ਉਹਨਾਂ ਨੂੰ ਸਟਾਰਟਿੰਗ 'ਚ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੋਏਗੀ? ਇਹਨਾਂ ਵਾਸਤੇ ਪਹਿਲੀ ਉਹਨਾਂ ਦੀ ਜਿਹੜੀ ਜਗ੍ਹਾ ਹੈ ਨਾ, ਜੀ ਜੀ। ਜਿਹੜਾ ਉਹਨਾਂ ਨੇ ਉੱਥੇ ਜਾਨਵਰ ਵਾਸਤੇ ਜਗ੍ਹਾ ਬਣਾਣੀ ਆ, ਜੀ। ਉਹ ਖੂਬਸੂਰਤ ਹੋਣੀ ਚਾਹੀਦੀ ਹੈ, ਠੀਕ ਹੈ। ਸਹੀ ਹੋਣੀ ਹੈ, ਹਵਾਦਾਰ ਹੋਣੀ ਚਾਹੀਦੀ ਹੈ। ਮਾਸ਼ਾਅੱਲਾ। ਉਹਨੇ ਵਾਸਤੇ ਜਗ੍ਹਾ ਹਵਾਦਾਰ ਹੋਵੇ ਕਿਉਂਕਿ ਸਾਡਾ ਇਲਾਕਾ ਜਿਹੜਾ ਮੁਲਤਾਨ ਦਾ ਹੈ ਨਾ, ਜੀ ਜੀ। ਇਹਦੇ ਚ ਤਕਰੀਬਨ 2 ਮਾਹ ਸਰਦੀ ਆਉਂਦੀ ਹੈ, ਬਾਕੀ ਗਰਮੀ ਹੁੰਦੀ ਹੈ। ਠੀਕ ਹੋ ਗਿਆ। ਅੱਛੀ ਗਾਂ ਫਰੀਜ਼ਨ ਇਹ ਇਹੋ ਜਿਹੇ ਸ਼ੈਡ ਦੇ ਵਿੱਚ ਜਾਂ ਬੰਦ ਕਮਰੇ 'ਚ ਨਹੀਂ ਰਹਿ ਸਕਦੀ। ਜ਼ਬਰਦਸਤ। ਇਹਦੇ ਵਾਸਤੇ ਖੁੱਲਾ ਜਗ੍ਹਾ ਹੋਵੇ, ਠੀਕ ਹੈ। ਪਾਣੀ ਦਾ ਨਿਜ਼ਾਮ ਖੁੱਲਾ ਹੋਵੇ। ਇਹ ਜ਼ਬਰਦਸਤ। ਤੁਰ ਫਿਰ ਕੇ ਇਹ ਬੰਨ ਕੇ ਨਿਜ਼ਾਮ ਨਹੀਂ ਹੁੰਦੇ। ਇਹ ਕੰਮ ਛੋੜੇ ਜਾਨਵਰ ਵਾਸਤੇ ਆ। ਅੱਛਾ ਮਾਸ਼ਾਅੱਲਾ। ਹਾਂਜੀ ਅੱਛਾ ਸਰ ਹੁਣ ਇਹ ਦੱਸੋ ਕਿ ਇੱਕ ਅੱਛੀ ਜਿਹੜੀ ਗਾਂ ਹੈ, ਜੀ ਠੀਕ ਹੈ, ਮਿਲਕ ਯਾਨੀ ਕਿ ਦੇਣ ਵਾਲੀ ਗਾਂ, ਜੀ ਜੀ। ਉਹ ਮੈਕਸਿਮਮ ਅੱਜ ਕਿੰਨੇ ਕੁ ਦੀ ਇੱਕ ਗਾਂ ਹੈ? ਉਹ 4 4.5 ਤੋਂ ਲੈ ਕੇ 5 5.5 ਤੋੜੀ ਦੀ ਮਿਲਦੀ ਹੈ। ਅੱਛਾ 4.5 ਤੋਂ 5.5 ਤੱਕ। ਹਾਂਜੀ ਠੀਕ ਹੋ ਗਿਆ। ਅੱਛਾ ਸਰ ਨया ਬੰਦਾ ਹੁਣ ਤੁਸੀਂ ਮਸ਼ਵਰਾ ਕੀ ਦਿੰਦੇ ਹੋ ਕਿ ਉਹ ਮਿਲਕ ਵਾਲੀ ਗਾਂ ਲਵੇ ਜਾਂ ਬਗੈਰ ਮਿਲਕ ਦੇਣ ਨਹੀਂ ਵਾਲੀ ਜੀ, ਗਾਂ? ਮਿਲਕ ਵਾਲੀ ਲਵੇ। ਮਹਿੰਗਾਈ ਦਾ ਦੌਰ ਹੈ ਜੀ। ਜੀ ਜੀ। ਸੈਲਜ ਵੀ ਮੰਗੇ ਨੇ, ਪੱਠੇ ਮੰਗੇ, ਮੁਲਾਜ਼ਮਾਂ ਦੀਆਂ ਤਨਖਾਹਾਂ ਬੜੀਆਂ ਨੇ। ਠੀਕ ਹੋ ਇਹਦੇ ਗਿਆ। ਵਾਸਤੇ ਅੱਛੇ ਜਾਨਵਰ ਦੀ ਪਛਾਣ ਹੋਣੀ ਚਾਹੀਦੀ ਹੈ ਜੀ ਜੀ। ਤੇ ਇਹਦੇ ਵਾਸਤੇ ਜ਼ਰੂਰਤ ਪੈਸੇ ਦੀ ਹੈ। ਠੀਕ ਹੋ ਗਿਆ। ਹਾਂਜੀ
ਅੱਛਾ ਸਰ, ਹੁਣ ਇਹ ਦੱਸੋ ਕਿ ਜਿਹੜਾ ਤੁਸੀਂ ਸੈਲਿਜ ਹੈ ਜੀ। ਉਹ ਤੁਸੀਂ ਆਪਣਾ ਤਿਆਰ ਕਰ ਰਹੇ ਹੋ। ਜੀ ਅਗਰ ਕੋਈ ਭਾਈ, ਯਾਨੀ ਕਿ ਤੁਹਾਡੇ ਕੋਲ ਤੇ ਮਾਸ਼ਾਅੱਲਾ ਇੱਕ ਵੱਡਾ ਸੋਰਸ ਹੈ, ਤੁਸੀਂ ਤਿਆਰ ਕਰ ਰਹੇ ਹੋ ਸੈਲਜ, ਅਗਰ ਕੋਈ ਭਾਈ ਮਾਰਕੀਟ ਚੋਂ ਪਰਚੇਜ਼ ਕਰਕੇ ਅਗਰ ਇਹਨਾਂ ਨੂੰ ਪਾਏ ਜੀ। ਤੇ ਉਹਨਾਂ ਦੇ ਲਈ ਕੀ ਮਸ਼ਵਰਾ ਦਿਓਗੇ ਕਿ ਉਹਨਾਂ ਨੂੰ ਆਪਣੇ ਅਖਰਾਜਾਤ ਕੰਟਰੋਲ ਕਰਨ ਲਈ ਕੀ ਕੀ ਮਜ਼ੀਦ ਵਿੱਚ ਐਡ ਕਰਨੀਆਂ ਪੈਣ ਚੀਜ਼ਾਂ? ਉਹਨਾਂ ਵਾਸਤੇ ਸਾਰੇ ਇਹਦਾ ਪਹਿਲਾ ਮਸਲਾ ਤੇ ਸੈਲਜ। ਠੀਕ ਹੋ ਗਿਆ। ਉਹਨਾਂ ਨੂੰ ਸੈਲਜ ਆਪਣਾ ਖੁਦ ਤਿਆਰ ਕਰਨਾ ਚਾਹੀਦਾ ਹੈ। ਠੀਕ ਹੋ ਗਿਆ। ਇਹ ਮੁੱਲ ਦਾ ਲੈ ਕੇ ਵਾਰੇ ਨਹੀਂ ਹੁੰਦਾ, ਠੀਕ ਹੋ ਗਿਆ। ਕਿਉਂਕਿ ਇਹ ਸੈਲਜ ਤੋਂ ਬਗੈਰ ਨਾ ਦੁੱਧ ਜਾਨਵਰ ਦਿੰਦਾ ਹੈ ਸਹੀ ਹੈ। ਤੇ ਨਾ ਇਹਨਾਂ ਦੀ ਉਹ ਪੱਠੇ ਦੀ ਕਮੀ ਪੂਰੀ ਹੋ ਸਕਦੀ ਹੈ। ਠੀਕ ਹੋ ਗਿਆ। ਇਹਨਾਂ ਦਾ ਜਿਹੜਾ ਅਸਲ ਮਸਲਾ ਹੈ ਨਾ ਜੀ ਜੀ ਫਾਰਮ ਦਾ, ਜੀ ਜੀ, ਇਹ ਸੈਲਜ ਹੈ। ਠੀਕ ਹੋ ਤੇ ਗਿਆ। ਸੈਲਜ ਵੀ ਜਦੋਂ ਸੈਲਜ ਦੀ ਮੌਸਮ ਆਉਂਦੀ ਹੈ ਜੀ ਜੀ ਜੀ, ਉਦੋਂ ਖਰੀਦ ਕਰੋ ਇਹਨੂੰ। ਠੀਕ ਹੋ ਗਿਆ। 200 250 300 ਰੁਪਏ ਮਣ ਹੁੰਦਾ। ਠੀਕ ਹੋ ਗਿਆ। ਮਾਰਕੀਟ 'ਚ ਤੇ 800 ਰੁਪਏ 1000 ਰੁਪਏ ਮਣ ਵੀ ਚੱਲਦਾ ਹੈ, ਠੀਕ ਲੇਕਿਨ ਹੋ। ਉਹ ਮਹਿੰਗਾਈ ਵਾਸਤੇ ਇਹ ਫਿਰ ਖਰਚਾ ਉੱਤੇ ਚਲਾ ਜਾਏਗਾ। ਹੂੰ, ਸਹੀ ਹੋ ਗਿਆ। ठीक हो गया। जी। ਇਹਦੇ ਵਾਸਤੇ ਤੁਸੀਂ ਸੈਲਜ ਤੋਂ ਬਗੈਰ फार्म कोई भी नहीं कामयाब हो सकता। ठीक हो गया सर, बहुत शुक्रिया जी। तो फ्रेंड्स, ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात होगी। तब तक अपने दो शेख अब्बास को दीजिए इजाज़त। अल्लाह हाफिज़।